सियासी लीडर ਅਤੇ सियासी पार्टियां ਦੇ रंग ਅੱਜ कुछ होर ਤੇ ਕੱਲ कुछ होर ਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪ੍ਰਾਈਮ ਟਾਈਮ ਦੇ ਨਾਲ ਮੈਂ ਹਰਸ਼ਰਨ ਕੌਰ। ਹਾਥੀ ਤਕੜੀ ਦੇ ਵਿੱਚ ਤੁਲ ਗਿਆ ਜਾਂ ਕਹਿ ਦਈਏ ਕਿ ਅਕਾਲੀਆਂ ਦਾ ਨਵਾਂ ਸਾਥੀ ਹੁਣ ਹਾਥੀ ਬਣ ਗਿਆ। ਚੰਡੀਗੜ੍ਹ ਦੇ ਵਿੱਚ ਪੱਤਰਕਾਰ ਮਿਲਣੀ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਦਾ ਐਲਾਨ ਕਰ ਦਿੱਤਾ ਅਤੇ ਕਿਹਾ ਕਿ ਪੰਜਾਬ ਦੇ ਵਿੱਚ ਨਵਾਂ ਸੂਰਜ ਚੜ੍ਹੇਗਾ, ਲੋਕਾਂ ਦੇ ਚਿਹਰੇ ਤੇ ਲਾਲੀ ਆਵੇਗੀ। ਸੁਖਬੀਰ ਬਾਦਲ ਨੇ ਕਿਹਾ ਕਿ ਸਾਡੇ ਗੱਠਜੋੜ ਦਾ ਮਕਸਦ ਪੰਜਾਬ ਨੂੰ ਲੋਟੂ ਰਾਜੇ ਤੋਂ ਬਚਾਉਣਾ ਹੈ, ਜਿਹੜਾ ਕਦੇ ਪੰਜਾਬ ਹੀ ਨਹੀਂ ਵੜਿਆ। ਇਹ ਜਿਹਾ ਰਿਸ਼ਤਾ ਕਾਇਮ ਕੀਤਾ ਹੈ ਜਿਹੜਾ ਹੁਣ ਪੰਜਾਬ ਦੀ ਸਿਆਸਤ ਵਿੱਚ एक नवा सूरज निकल के आऊगा। पंजाब दी लोकां दियां जिहड़ी खुशियां चेहरे तो चली गई सी 5 साल कांग्रेस के खिलाफ करके वो खुशियां वापस लेके आऊगा। मकसद इको एक है, एक हंकारी राजा, एक लुटेरी कांग्रेस जिन्हें पंजाब नूं तबाह कर दिता है। मिशन इको एक है, पंजाब नूं इन्हां लुटेरियां तो बचाउणा है। पंजाब विच अमन शांति भाईचारक सांझ करानी है ते गरीब ते दलित किसान नूं हर किस्म की सहूलत देनी है कि जो अगे जाके अगे अपने पंजाब अगे तरक्की कर सके। इंडस्ट्री ते व्यापार नूं पूरा डेवलप करके पंजाब की इकोनमी नूं वापस रेल ते लियाउणा है। जे जिहड़ी इकोनमी कैप्टन अमरिंदर सिंह की अगवाई थले तबाह हो गई है, एक ऐजा मुख्यमंत्री बनया जिहड़ा घरों नहीं निकलिया। अज सानू भी कुछ उहदे खिलाफ कहने की लोड़ ही नहीं, सातों वध उहदी अपनी पार्टी उहदे खिलाफ कह रही है। सुखबीर सिंह बादल ने ऐलान किया कि श्रोमणी अकाली दल ਅਤੇ ਬਹੁਜਨ ਸਮਾਜ ਪਾਰਟੀ ਨੇ ਪੰਜਾਬ 'ਚ ਗੱਠਜੋੜ ਕਰ ਲਿਆ। ਹੁਣ ਪੰਜਾਬ ਵਿਧਾਨ ਸਭਾ ਦੀਆਂ 2022 ਦੀਆਂ ਆਉਣ ਵਾਲੀਆਂ ਚੋਣਾਂ ਦੇ ਨਾਲ-ਨਾਲ ਹਰ ਚੋਣਾਂ ਦੋਵੇਂ ਪਾਰਟੀਆਂ ਮਿਲ ਕੇ ਲੜਨਗੀਆਂ। ਬਸਪਾ 20 ਸੀਟਾਂ ਜਦਕਿ ਅਕਾਲੀ ਦਲ 97 ਸੀਟਾਂ ਤੇ ਚੋਣ ਲੜੇਗਾ। ਪੰਜਾਬ ਦੀ ਸਿਆਸਤ ਵਿੱਚ ਇੱਕ ਨਵਾਂ ਦਿਨ ਹੈ, ਇਤਿਹਾਸਿਕ दिन है। पंजाब दी अगली पॉलिटिक्स विच एक बहुत वड्डा मोड़ है। श्रोमणी अकाली दल, पहले मैं अनाउंस करना चाहना है अज दे दिन श्रोमणी अकाली दल ते बहुजन समाज पार्टी इकट्ठे असीं जिहड़ा आउण वाला विधान सभा हलका 2022 ਤੇ ਉਹਦੇ ਬਾਅਦ ਵੀ ਜਿੰਨੇ ਵੀ ਇਲੈਕਸ਼ਨ ਹੋਣਗੇ ਅਸੀਂ ਇਕੱਠੇ ਲੜਾਂਗੇ। ਸ਼੍ਰੋਮਣੀ ਅਕਾਲੀ ਦਲ ਦੀ ਖਾਸੀਅਤ ਅਸੀਂ ਜ਼ਬਾਨ ਤੇ ਪੱਕੇ ਹੈ, ਜਿਹਦੀ ਫੜ ਲਈਏ ਫਿਰ ਜ਼ਿੰਦਗੀ ਭਰ ਸਾਡੀ ਅਸੀਂ ਉਹਦੇ ਨਾਲ ਸੰਭਾਉਣੇ ਆ। ਤੁਹਾਨੂੰ ਯਾਦ ਕਰਾ ਦਈਏ ਕਿ ਇਹ ਗੱਠਜੋੜ ਇੱਕ ਵਾਰ ਮੁੜ ਤੋਂ ਹੋਇਆ, ਯਾਨੀ ਕਿ ਪਹਿਲਾਂ ਵੀ ਇਹਨਾਂ ਦੋਵਾਂ ਪਾਰਟੀਆਂ ਦਾ ਗੱਠਜੋੜ ਹੁੰਦਾ ਸੀ। 1996 ਦੇ ਵਿੱਚ ਬਸਪਾ ਤੇ ਅਕਾਲੀ ਦਲ ਦਾ ਗੱਠਜੋੜ ਹੋਇਆ ਸੀ। ਹੁਣ ਵੀ ਜੂਨ ਦਾ ਉਹੀ ਮਹੀਨਾ ਹੈ ਤੇ 2013 ਦੇ ਵਿੱਚ ਵੀ ਜੂਨ ਦਾ ਹੀ ਮਹੀਨਾ ਸੀ ਜਦੋਂ ਅਕਾਲੀਆਂ ਨੇ ਬਸਪਾ ਦੇ ਨਾਲ ਗੱਠਜੋੜ ਤੋੜਨ ਦਾ ਐਲਾਨ ਕਰ ਦਿੱਤਾ ਸੀ, ਕਿਉਂਕਿ ਯੂਪੀ ਦੇ ਵਿੱਚ ਕਾਸ਼ੀ ਰਾਮ ਦੀ ਪਾਰਟੀ ਬਸਪਾ ਨੇ ਕਾਂਗਰਸ ਦੇ ਨਾਲ ਹੱਥ ਮਿਲਾ ਲਿਆ ਸੀ। ਅਕਾਲੀਆਂ ਨੇ ਗੱਠਜੋੜ ਤੋੜਨ ਵੇਲੇ ਕਿਹਾ ਸੀ ਕਿ ਕਾਂਗਰਸ ਨਾਲ ਮਿਲ ਜਾਣ ਵਾਲੀ ਬਸਪਾ ਨਾਲ ਅਸੀਂ ਕੋਈ ਨਾਤਾ ਨਹੀਂ ਰੱਖਾਂਗੇ। ਅਕਾਲੀਆਂ ਨੇ ਭੈਣ ਮਾਇਆਵਤੀ ਦੀ ਪਾਰਟੀ ਨੂੰ ਐਂਟੀ ਸਿੱਖ ਤੇ ਐਂਟੀ ਪੰਜਾਬੀ ਕਹਿ ਕੇ ਗੱਠਜੋੜ ਤੋੜ ਦਿੱਤਾ ਸੀ ਤੇ ਅੱਜ 8 ਸਾਲਾਂ ਬਾਅਦ ਭੈਣ ਮਾਇਆਵਤੀ ਦੀ ਪਾਰਟੀ ਮੁੜ ਅਕਾਲੀਆਂ ਨੂੰ ਘਿਓ ਵਰਗੀ ਲੱਗਣ ਲੱਗ ਪਈ ਹੈ ਤੇ ਗੱਠਜੋੜ ਮੁੜ ਤੋਂ ਕਰ ਲਿਆ। ਬਹੁਜਨ ਸਮਾਜ ਪਾਰਟੀ ਜਿੰਦਾਬਾਦ। एक मिनट, ਅੱਜ ਗੱਠਜੋੜ ਦਾ ਐਲਾਨ ਕਰਨ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਅਕਾਲੀਆਂ ਦੀ ਸਾਰੀ ਲੀਡਰਸ਼ਿਪ ਜਿਹੜੀ ਹੁਣ ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂ ਮਾਜਰਾ, ਸਿਕੰਦਰ ਸਿੰਘ ਮਲੂਕਾ, ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ ਤੱਕ ਹੀ ਸੀਮਿਤ ਰਹਿ ਗਈ ਹੈ। ਹਾਲਾਂਕਿ ਹੋਰ ਵੀ ਕਾਫੀ ਚਿਹਰੇ ਨੇ ਪਰ ਵੱਡੇ ਚਿਹਰੇ ਇਹੀ ਦਿਖਦੇ ਨੇ। ਹੀਰਾ ਸਿੰਘ ਗਾਬੜੀਆ ਵੀ ਹੈਗੇ ਨੇ। ਇਹ ਸਾਰੇ ਮੌਜੂਦ ਸਨ ਤੇ ਬਸਪਾ ਦੇ ਕੌਮੀ ਜਨਰਲ ਸਕੱਤਰ ਸਤੀਸ਼ ਮਿਸ਼ਰਾ ਵੀ ਹਾਜ਼ਰ ਸਨ। ਬਾਗੋ ਬਾਗ ਹੋਏ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਇਹ ਪੰਜਾਬ ਦੀ ਸਿਆਸਤ ਵਿੱਚ ਇੱਕ ਬਹੁਤ ਵੱਡਾ ਮੋੜ ਹੈ। ਅਕਾਲੀ ਦਲ ਤੇ ਬਸਪਾ ਵਿਧਾਨ ਸਭਾ ਚੋਣਾਂ ਸਮੇਤ ਅੱਗੇ ਵੀ ਸਾਰੀਆਂ ਚੋਣਾਂ ਇਕੱਠੇ ਲੜਨਗੀਆਂ। ਸੁਖਬੀਰ ਨੇ ਕਿਹਾ ਕਿ ਦੋਵੇਂ ਪਾਰਟੀਆਂ ਦੀ ਸੋਚ ਇੱਕੋ ਜਿਹੀ ਹੈ।
ਅਸੀਂ ਗੁਰੂ ਸਾਹਿਬਾਨਾਂ ਦੇ ਕਹੇ ਤੇ ਚੱਲਦੇ ਹਾਂ, ਦੱਬੇ ਕੁਚਲੇ ਲੋਕਾਂ ਦੀ ਬਾਹ ਫੜਦੇ ਹਾਂ। ਕਹਿੰਦੇ ਸਾਡੀ ਦੋਵਾਂ ਪਾਰਟੀਆਂ ਦੀ ਲੜਾਈ ਹਰ ਕਿਸਾਨ, ਮਜ਼ਦੂਰ, ਗਰੀਬ ਯਾਨੀ ਕਿ ਦੱਬੇ ਕੁਚਲੇ ਲੋਕਾਂ ਦੇ ਹੱਕਾਂ ਦੀ ਲੜਾਈ ਹੈ। ਕਹਿੰਦੇ ਸਾਡੀ ਅਕਾਲੀ ਦਲ ਪਾਰਟੀ ਨੇ ਤਾਂ ਸਦਾ ਹੀ ਲੜਾਈ ਲੜੀ ਹੈ। ਕਾਸ਼ੀ ਰਾਮ ਨੇ ਵੀ ਦੱਬੇ ਕੁਚਲੇ ਲੋਕਾਂ ਨੂੰ ਇਕੱਠੇ ਕਰਕੇ ਉਹਨਾਂ ਦੇ ਹੱਕਾਂ ਲਈ ਕੰਮ ਕੀਤਾ ਤੇ ਡਾਕਟਰ BR ਅੰਬੇਡਕਰ ਦੇ ਕੰਮ ਨੂੰ ਅੱਗੇ ਤੋਰਿਆ। ਸੁਖਬੀਰ ਨੇ ਕਿਹਾ ਕਿ ਅਸੀਂ ਭੈਣ ਮਾਇਆਵਤੀ ਦੀ ਪਾਰਟੀ ਨੂੰ ਸਲਾਮ ਕਰਦੇ ਹਾਂ। ਦੋਨੋਂ ਪਾਰਟੀਆਂ ਦੀ ਆਈਡੀਓਲੋਜੀ, ਸੋਚ ਇੱਕੋ ਜਿਹੀ ਹੈ। ਦੋਨੋਂ ਪਾਰਟੀਆਂ ਗਰੀਬ, ਕਿਸਾਨ, ਮਜ਼ਦੂਰ, ਜੋ ਜਿਨ੍ਹਾਂ ਲੋਕਾਂ ਨੂੰ ਦਬਿਆ ਜਾਂਦਾ ਸੀ, ਕੁਚਲਿਆ ਜਾਂਦਾ ਸੀ, ਉਹਨਾਂ ਦੀ ਲੜਾਈ, ਉਹਨਾਂ ਦੇ ਹੱਕਾਂ ਦੀ ਲੜਾਈ ਵਾਸਤੇ ਆ ਦੋਨੋਂ ਪਾਰਟੀਆਂ ਲੜਦੀਆਂ ਰਹੀਆਂ। ਸਾਡੀ ਪਾਰਟੀ ਵਿੱਚ ਗਰਾਊਂਡ ਲੈਵਲ ਵਰਕਰ ਤੋਂ ਲੈ ਕੇ ਉੱਪਰ ਸੋਚ ਸੀ ਕਿ ਆ ਦੋਨੋਂ ਪਾਰਟੀਆਂ ਨੂੰ ਇਕੱਠਾ ਹੋਣਾ ਚਾਹੀਦਾ ਹੈ, ਕਿਉਂਕਿ ਦੋਨੋਂ ਪਾਰਟੀਆਂ ਦਾ ਮਿਸ਼ਨ ਇੱਕੋ ਇੱਕ ਹੈ। ਜਿੰਨੀਆਂ ਵੀ ਗਰੀਬ, ਕਿਸਾਨ, ਮਜ਼ਦੂਰ ਵਾਸਤੇ ਸਹੂਲਤਾਂ ਪੰਜਾਬ 'ਚ ਮਿਲ ਰਹੀਆਂ ਜਾਂ ਕਿਤੇ ਵੀ ਮਿਲੀਆਂ, 100% 100% ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੀ ਸਰਕਾਰ ਦੇ ਦੌਰਾਨ ਹੀ ਸ਼ੁਰੂ ਹੋਈਆਂ। ਅੱਜ ਸਭ ਤੋਂ ਪਹਿਲੇ ਮੈਂ ਬਹਿਨ ਮਾਇਆਵਤੀ ਜੀ ਦਾ ਧੰਨਵਾਦ ਕਰਨਾ ਚਾਹੁੰਦਾ, ਕਿਉਂਕਿ ਆ ਅਲਾਇੰਸ ਹੋਣ ਵਿੱਚ, ਆ ਦੋ ਪਰਿਵਾਰ ਇਕੱਠੇ ਜੁੜਨ ਵਿੱਚ ਸਭ ਤੋਂ ਵੱਡਾ ਯੋਗਦਾਨ ਮੈਂ ਬਹਿਨ ਮਾਇਆਵਤੀ ਜੀ ਦਾ, ਜੋ ਉਹਨਾਂ ਨੇ, ਮੈਂ ਕਿ ਜੋ ਗੱਲਾਂ ਹੋਈਆਂ, ਵਿਚਾਰਾਂ ਹੋਈਆਂ, ਜਿਵੇਂ ਉਹਨਾਂ ਦੀ ਸੋਚ ਹੈ, ਬੜੀ ਕਲੀਅਰ ਸੋਚ ਹੈ, ਫਿਊਚਰਿਸਟਿਕ ਸੋਚ ਹੈ, ਤੇ ਮੈਂ ਐਜ਼ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੂੰ ਮੈਂ ਵਧਾਈ ਦੇਣਾ ਚਾਹੁੰਦਾ, ਕਿਉਂਕਿ ਇਹ ਦੋਨੋਂ ਪਾਰਟੀਆਂ ਵਾਸਤੇ ਇੱਕ ਇਤਿਹਾਸਿਕ ਦਿਨ ਹੈ। ਪੰਜਾਬ ਦੇ ਵਿੱਚ ਚੋਣਾਂ ਤੋਂ ਮਹਿਜ਼ 8 ਮਹੀਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਵਿਚਾਲੇ ਹੋਇਆ ਗੱਠਜੋੜ ਕਿੰਨਾ ਕੁ ਮਜ਼ਬੂਤ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲੱਗ ਜਾਂਦਾ ਹੈ ਜਦੋਂ ਗੱਠਜੋੜ ਦਾ ਐਲਾਨ ਕਰਨ ਦੇ ਨਾਲ ਸੁਖਬੀਰ ਬਾਦਲ ਨੇ ਸੀਟਾਂ ਦੀ ਗਿਣਤੀ ਦਾ ਵੀ ਐਲਾਨ ਕਰ ਦਿੱਤਾ ਤੇ ਸੀਟਾਂ ਦੀ ਇਕੱਲੀ ਗਿਣਤੀ ਹੀ ਨਹੀਂ ਬਲਕਿ ਸੀਟਾਂ ਦੇ ਨਾਮ ਵੀ ਦੱਸ ਦਿੱਤੇ। 117 ਚੋਂ 20 ਸੀਟਾਂ ਬਸਪਾ ਦੇ ਖਾਤੇ ਵਿੱਚ ਤੇ 97 ਸੀਟਾਂ ਆਪਣੇ ਲਈ ਰੱਖੀਆਂ ਨੇ, ਯਾਨੀ ਕਿ ਮਾਲਵੇ ਦੇ ਵਿੱਚ ਬਸਪਾ ਨੂੰ 7 ਸੀਟਾਂ, ਮਾਝੇ ਵਿੱਚ 5 ਤੇ ਦੁਆਬੇ ਵਿੱਚ 8 ਸੀਟਾਂ ਦਿੱਤੀਆਂ ਗਈਆਂ ਨੇ। ਬਹੁਜਨ ਸਮਾਜ ਪਾਰਟੀ 20 ਸੀਟਾਂ ਤੇ ਇਲੈਕਸ਼ਨ ਲੜੂਗੀ ਤੇ ਬਾਕੀ ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਲੜੂਗਾ। ਬੋਲੇ ਸੋ ਨਿਹਾਲ। ਤੇ ਇੱਕ ਮਿੰਟ, ਤੇ ਮੈਂ ਜਿਹੜੀਆਂ ਸੀਟਾਂ ਬਹੁਜਨ ਸਮਾਜ ਪਾਰਟੀ ਲੜ ਰਹੀ ਹੈ ਇਹ ਸਮਝੌਤੇ, ਉਹਨਾਂ ਦਾ ਮੈਂ ਅੱਜ ਐਲਾਨ ਕਰਨ ਲੱਗਿਆ। ਪਹਿਲੀ ਸੀਟ ਕਰਤਾਰਪੁਰ ਸਾਹਿਬ ਜਲੰਧਰ ਡਿਸਟ੍ਰਿਕਟ ਵਿੱਚ, ਕਰਤਾਰਪੁਰ। ਦੂਜੀ ਸੇਮ ਜਲੰਧਰ ਵੈਸਟ, ਜਲੰਧਰ ਨਾਰਥ, ਉਹ ਵੀ ਜਲੰਧਰ ਜ਼ਿਲ੍ਹੇ 'ਚ, ਫਗਵਾੜਾ ਕਪੂਰਥਲਾ ਜ਼ਿਲ੍ਹੇ ਵਿੱਚ, ਹੁਸ਼ਿਆਰਪੁਰ ਸ਼ਹਿਰੀ ਜੋ ਮੇਨ ਹੁਸ਼ਿਆਰਪੁਰ ਸ਼ਹਿਰ ਦੀ ਸੀਟ ਹੈ ਉਹ ਹੁਸ਼ਿਆਰਪੁਰ ਵਿੱਚ, ਟਾਂਡਾ ਸੀਟ ਜੋ ਹੁਸ਼ਿਆਰਪੁਰ ਵਿੱਚ ਹੈ, ਤੇ ਕੋਆਰਡੀਨੇਸ਼ਨ ਨਾਲ ਹਲਕੇ ਵਾਈਜ਼ ਆਪਾਂ ਮੀਟਿੰਗ ਕਰਕੇ ਸੋ 20 ਸੀਟਾਂ ਦੇ ਇਸ ਐਲਾਨ ਤੋਂ ਬਾਅਦ ਹੁਣ ਦੇਖਣਾ ਹੋਏਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਹਨਾਂ ਸੀਟਾਂ ਤੇ ਕਿਹੜੇ-ਕਿਹੜੇ ਵੱਡੇ ਚਿਹਰੇ ਸੀ ਜਿਨ੍ਹਾਂ ਨੂੰ ਹੁਣ ਦਰਕਿਨਾਰ ਕੀਤਾ ਜਾਊਗਾ ਜਾਂ ਫਿਰ ਉਹਨਾਂ ਨੂੰ ਆਪਣੇ ਹਲਕੇ ਤੋਂ ਬਿਨਾਂ ਕਿਸੇ ਹੋਰ ਹਲਕੇ ਵਿੱਚ ਲਿਜਾ ਕੇ ਚੋਣ ਲੜਾਈ ਜਾਏਗੀ। ਇਹ ਵੀ ਦੇਖਣਾ ਕਾਫੀ ਅਹਿਮ ਰਹੇਗਾ ਕਿਉਂਕਿ ਸੀਟਾਂ ਅਨੰਦਪੁਰ ਸਾਹਿਬ ਦੀ ਸੀਟ ਵੀ ਹੈ, ਚਮਕੌਰ ਸਾਹਿਬ, ਮੋਹਾਲੀ ਦੀ ਸੀਟ ਵੀ ਹੈ, ਨਵਾਂ ਸ਼ਹਿਰ, ਬੱਸੀ ਪਠਾਣਾ, ਮਹਿਲ ਕਲਾਂ, ਕਰਤਾਰਪੁਰ, ਪਾਇਲ, ਜਲੰਧਰ, ਲੁਧਿਆਣਾ, ਕਾਫੀ ਹਲਕਿਆਂ ਦੀਆਂ ਜਿਹੜੀਆਂ ਸੀਟਾਂ ਹੈਗੀਆਂ ਨੇ, ਦਸੂਹਾ, ਟਾਂਡਾ, ਜਲੰਧਰ ਵੈਸਟ, ਜਲੰਧਰ ਨਾਰਥ, ਫਗਵਾੜਾ, ਹੁਸ਼ਿਆਰਪੁਰ ਸ਼ਹਿਰੀ, ਇਹ ਸਾਰੀਆਂ ਜਿਹੜੀਆਂ ਸੀਟਾਂ ਇਹ ਬਸਪਾ ਦੇ ਖਾਤੇ ਵਿੱਚ ਪਾਈਆਂ ਗਈਆਂ ਨੇ। ਯਾਨੀ ਕਿ ਪਾਰਟੀ ਨੇ, ਦੋਵਾਂ ਪਾਰਟੀਆਂ ਨੇ ਪੂਰੀ ਤਿਆਰੀ ਦੇ ਨਾਲ ਇਸ ਗੱਠਜੋੜ ਦਾ ਐਲਾਨ ਕੀਤਾ ਹੈ। ਆਮ ਤੌਰ ਤੇ ਹੁੰਦਾ ਜਦੋਂ ਦੋ ਪਾਰਟੀਆਂ ਦਾ ਅਲਾਇੰਸ ਹੁੰਦਾ ਹੈ ਤਾਂ ਉਹ ਪਹਿਲਾਂ ਪ੍ਰੈਸ ਕਾਨਫਰੰਸ ਕਰਦੀਆਂ ਨੇ ਸਿਰਫ ਅਲਾਇੰਸ ਨੂੰ ਲੈ ਕੇ ਕਿ ਅਸੀਂ ਹੁਣ ਇਕੱਠੇ ਰਲ ਕੇ ਚੋਣਾਂ ਲੜਾਂਗੇ। ਇਹ ਬਹੁਤ ਘੱਟ ਹੁੰਦਾ ਹੈ ਕਿ ਪਹਿਲੇ ਐਲਾਨ ਦੇ ਮੌਕੇ ਹੀ ਸੀਟਾਂ ਦੀ ਗਿਣਤੀ ਤੇ ਸੀਟਾਂ ਦੇ ਨਾਮ ਵੀ ਐਲਾਨ ਦਿੱਤੇ ਜਾਣ।
ਗੱਠਜੋੜ ਦਾ ਐਲਾਨ ਹੋਣ ਦੀ ਦੇਰ ਸੀ। ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਖੁਸ਼ੀ ਮਨਾਉਣ ਦੀਆਂ ਤਸਵੀਰਾਂ ਦੋਵਾਂ ਪਾਰਟੀਆਂ ਦੇ ਵਰਕਰਾਂ ਦੇ ਵੱਲੋਂ ਆਉਣ ਲੱਗੀਆਂ। ਭੰਗੜੇ ਪੈਣ ਲੱਗੇ, ਲੱਡੂ ਵੀ ਵੰਡੇ ਜਾਣ ਲੱਗੇ। ਕਰੋਨਾ ਫਿਰ ਕਿਧਰੇ ਗਾਇਬ ਹੋ ਗਿਆ ਲੱਗਦਾ ਸੀ ਤੇ ਹੁਣ ਸ਼ਾਇਦ 2022 ਦੀਆਂ ਚੋਣਾਂ ਤੱਕ ਤਾਂ ਪੰਜਾਬ ਦੇ ਵਿੱਚ ਸ਼ਾਇਦ ਕਰੋਨਾ ਨਜ਼ਰ ਹੀ ਨਹੀਂ ਆਉਣਾ। ਸਟੇਜ ਤੋਂ ਵੀ ਦੋਵੇਂ ਪਾਰਟੀਆਂ ਦੇ ਹੱਕ ਦੇ ਵਿੱਚ ਨਾਰੇ ਗੂੰਜਣ ਲੱਗੇ। ਹਾਲਾਂਕਿ ਸਟੇਜ ਦੀ ਕਾਰਵਾਈ ਸਾਂਭ ਰਹੇ ਡਾਕਟਰ ਦਲਜੀਤ ਸਿੰਘ ਚੀਮਾ ਜਦੋਂ ਬਹੁਜਨ ਸਮਾਜ ਪਾਰਟੀ ਜ਼ਿੰਦਾਬਾਦ ਦਾ ਨਾਰਾ ਲਾਉਣ ਲੱਗੇ ਤਾਂ ਉਹਨਾਂ ਦੇ ਮੂੰਹ ਚੋਂ ਬਹੁਜਨ ਦੀ ਥਾਂ ਭਾਰਤੀ ਜਨਤਾ ਪਾਰਟੀ ਨਿਕਲਣ ਹੀ ਵਾਲਾ ਸੀ ਕਿ ਉਹਨਾਂ ਨੇ ਰੋਕ ਲਿਆ। ਫਿਰ ਹੱਸਦੇ ਹੱਸਦੇ ਉਹਨਾਂ ਨੇ ਵੀ ਗੱਲ ਸੰਭਾਲ ਲਈ ਕਿ ਹੌਲੀ ਹੌਲੀ ਮੈਨੂੰ ਆਦਤ ਪਊਗੀ, ਕਿਉਂਕਿ ਪਹਿਲਾਂ ਬੰਦਾ ਉੱਕ ਜਾਂਦਾ ਹੈ। ਇੰਨੇ ਸਾਲਾਂ ਤੋਂ ਉਹਨਾਂ ਦਾ ਬੀਜੇਪੀ ਦੇ ਨਾਲ ਗੱਠਜੋੜ ਰਿਹਾ ਹੈ ਤਾਂ ਮੂੰਹ ਚੋਂ ਬੀਜੇਪੀ ਪਾਰਟੀ ਜ਼ਿੰਦਾਬਾਦ ਨਿਕਲ ਜਾਣਾ ਸੀ। ਜੇ ਨਿਕਲ ਜਾਂਦਾ ਤਾਂ ਸ਼ਾਇਦ ਸੋਸ਼ਲ ਮੀਡੀਆ ਦੇ ਉੱਤੇ ਮੀਮ ਬਣਾਉਣ ਵਾਲਿਆਂ ਨੂੰ ਕਾਫੀ ਮਸਾਲਾ ਮਿਲ ਜਾਣਾ ਸੀ। ਜਿੰਦਾਬਾਦ ਭਾਰਤੀ ਬਹੁਜਨ ਸਮਾਜ ਪਾਰਟੀ ਹਾਲੇ ਥੋੜਾ ਭੁਲੇਖਾ ਲੱਗੇਗਾ ਵਿੱਚ। ਅਕਾਲੀ ਤੇ ਬਸਪਾ ਭਾਵੇਂ ਕਹਿ ਰਹੇ ਨੇ ਕਿ ਹਾਥੀ ਤੇ ਤੱਕੜੀ ਇੱਕ ਹੋ ਗਏ ਨੇ, ਪਰ ਕਈ ਲੋਕ ਸੋਸ਼ਲ ਮੀਡੀਆ ਤੇ ਇਹ ਵੀ ਕਹਿ ਰਹੇ ਨੇ ਕਿ ਮਾਇਆਵਤੀ ਅਤੇ ਮਾਇਆਧਾਰੀ ਦਾ ਮੇਲ ਹੋ ਗਿਆ, ਯਾਨੀ ਕਿ ਅਕਾਲੀ ਦਲ ਨੂੰ ਮਾਇਆਧਾਰੀ ਕਿਹਾ ਜਾ ਰਿਹਾ ਹੈ। ਇਸ ਗੱਠਜੋੜ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਫੋਨ ਤੇ ਮਾਇਆਵਤੀ ਦੇ ਨਾਲ ਗੱਲਬਾਤ ਵੀ ਕੀਤੀ। बहन जी बहुत बहुत मुबारक आपको जी। आज जी बहुत खुशी हुई, इतनी खुशी हुई है कि मैं बयान नहीं कर सकता। सब सेरेमनी होगी, बहुत खुशी हुई जी। आप जल्दी आपको दावत देंगे कि पंजाब में आए। ਗੱਠਜੋੜ ਦਾ ਆਖਿਰਕਾਰ ਵਿਚੋਲਾ ਕੌਣ ਬਣਿਆ? ਸੁਖਬੀਰ ਬਾਦਲ ਨੇ ਗੱਠਜੋੜ ਨੂੰ ਇਤਿਹਾਸਿਕ ਦੱਸਦੇ ਹੋਏ ਖਾਸ ਤੌਰ ਤੇ ਮਿਸ਼ਰਾ ਜੀ ਦਾ ਧੰਨਵਾਦ ਕੀਤਾ। ਕਿਹਾ ਕਿ ਮਿਸ਼ਰਾ ਜੀ ਦਾ ਮੈਂ ਖਾਸ ਤੌਰ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਗੱਠਜੋੜ ਸਿਰੇ ਚੜਾਉਣ ਦੇ ਵਿੱਚ ਕਾਫੀ ਕੰਮ ਕੀਤਾ, ਮਿਹਨਤ ਕੀਤੀ ਹੈ। ਤੇ ਮਿਸ਼ਰਾ ਜੀ ਕੌਣ ਨੇ ਜਿਨ੍ਹਾਂ ਨੇ ਅਕਾਲੀਆਂ ਤੇ ਬੀਜੇਪੀ ਦਾ ਗੱਠਜੋੜ ਕਰਵਾਇਆ? ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਵੀ ਬਸਪਾ ਦੇ ਇੱਕ ਲੀਡਰ ਨੇ ਤੇ ਉਹਨਾਂ ਨੇ ਜਦੋਂ ਸੰਬੋਧਨ ਕੀਤਾ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਆਪਣਾ ਜਿਹੜਾ ਬਿਆਨ ਦਿੱਤਾ ਤਾਂ ਕਿਹਾ ਕਿ ਗੱਠਜੋੜ ਦਾ ਐਲਾਨ ਕਰਨ ਦੇ ਲਈ ਪਾਰਟੀ ਸੁਪਰੀਮੋ ਮਾਇਆਵਤੀ ਨੇ ਖੁਦ ਆਉਣਾ ਸੀ, ਪਰ ਅਜਿਹੀ ਸਥਿਤੀ ਦੇ ਵਿੱਚ ਜਦੋਂ ਕਰੋਨਾ ਦੇ ਹਾਲਾਤ ਨੇ ਤਾਂ ਜੇ ਉਹ ਪੰਜਾਬ 'ਚ ਆਉਂਦੇ ਤਾਂ ਬਸਪਾ ਦੇ ਵਰਕਰਾਂ ਨੂੰ ਇੱਥੇ ਪਹੁੰਚਣ ਤੋਂ ਰੋਕਣਾ ਮੁਸ਼ਕਿਲ ਹੋ ਜਾਣਾ ਸੀ ਤੇ ਫਿਰ ਕਰੋਨਾ ਨਿਯਮਾਂ ਦੀ ਉਲੰਘਣਾ ਹੋ ਜਾਣੀ ਸੀ। ਤੇ ਜੇ ਬਸਪਾ ਪਾਰਟੀ ਦੀ ਪੰਜਾਬ ਦੇ ਵਿੱਚ ਹੋਣ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਬਸਪਾ ਪਾਰਟੀ ਨੂੰ ਮੰਨਣ ਵਾਲੇ ਲੋਕ ਕਾਫੀ ਹੈਗੇ ਨੇ। ਬਸਪਾ ਦਾ ਕਾਫੀ ਇੱਕ ਵੱਡਾ ਆਧਾਰ ਹੈ ਜਿਹੜਾ ਉਹ ਮੰਨਿਆ ਜਾਂਦਾ ਹੈ ਤੇ 2022 ਦੀਆਂ ਚੋਣਾਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਨੇ ਇੱਕ ਵੱਖਰਾ ਵੋਟ ਬੈਂਕ ਆਪਣਾ ਸਥਾਪਿਤ ਕਰ ਲੈਣਾ ਸੀ। ਇਸ ਕਰਕੇ ਹੀ ਅਕਾਲੀਆਂ ਨੇ ਇਹ ਮੌਕਾ ਸਾਂਭ ਲਿਆ ਤੇ ਬਸਪਾ ਦੇ ਨਾਲ ਗੱਠਜੋੜ ਕਰ ਲਿਆ। ਬਾਕੀ ਪਾਰਟੀਆਂ ਭਾਵੇਂ ਦਲਿਤ ਉਪ ਮੁੱਖ ਮੰਤਰੀ, ਦਲਿਤ ਮੁੱਖ ਮੰਤਰੀ ਚਿਹਰੇ ਦੀ ਮੰਗ ਕਰਦੀਆਂ ਰਹਿ ਗਈਆਂ, ਪਰ ਇੱਥੇ ਸੁਖਬੀਰ ਬਾਦਲ ਜ਼ਰੂਰ ਬਾਜ਼ੀ ਮਾਰ ਗਏ ਨੇ ਤੇ ਬਸਪਾ ਦੇ ਨਾਲ ਗੱਠਜੋੜ ਉਹਨਾਂ ਨੇ 8 ਮਹੀਨੇ ਪਹਿਲਾਂ ਹੀ ਕਰ ਲਿਆ। ਗੱਲ ਆਪਾਂ ਮਿਸ਼ਰਾ ਜੀ ਦੀ ਕਰ ਰਹੇ ਸੀ ਜਿਨ੍ਹਾਂ ਦਾ ਪੂਰਾ ਨਾਮ ਸਤੀਸ਼ ਮਿਸ਼ਰਾ ਹੈ। ਉਹਨਾਂ ਨੇ ਕਿਹਾ ਕਿ ਗੱਠਜੋੜ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਪੰਜਾਬ 'ਚ ਸਰਕਾਰ ਬਣਾਏਗਾ। ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ ਕਿਸਾਨਾਂ ਤੇ ਦਲਿਤਾਂ ਦਾ ਸ਼ੋਸ਼ਣ ਕਰ ਰਹੀ ਹੈ। ਉਹਨਾਂ ਨੇ ਇਲਜ਼ਾਮ ਲਾਏ ਕਾਫੀ, ਕਹਿੰਦੇ ਦਲਿਤਾਂ ਲਈ ਆਇਆ ਪੈਸਾ ਸਰਕਾਰ ਜਾਰੀ ਨਹੀਂ ਕਰ ਰਹੀ, ਉਸ ਪੈਸੇ ਨੂੰ ਹੋਰ ਕਿਸੇ ਖਾਤੇ 'ਚ ਵਰਤ ਰਹੀ ਹੈ। ਰਾਖਵੀਕਰਨ ਤਹਿਤ SC BC ਦੀਆਂ ਸੀਟਾਂ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ। ਵਜ਼ੀਫੇ ਨਹੀਂ ਦਿੱਤੇ ਜਾ ਰਹੇ, ਗਰੀਬਾਂ ਨੂੰ ਘਰ ਵੀ ਨਹੀਂ ਦਿੱਤੇ ਜਾ ਰਹੇ। ਸੋ ਇਹ ਸਾਰੇ ਇਲਜ਼ਾਮ ਲਾਏ ਨੇ, ਪਰ ਸਵਾਲ ਇੱਥੇ ਨਾਲ ਹੀ ਉੱਠ ਖੜਦਾ ਹੈ ਕਿ ਜੇ ਇਸ ਗੱਠਜੋੜ ਦੀ ਸਰਕਾਰ ਪੰਜਾਬ 'ਚ ਬਣਦੀ ਹੈ ਤਾਂ ਕੀ ਦਲਿਤ ਭਾਈਚਾਰੇ ਨੂੰ ਇਹ ਸਾਰੇ ਹੱਕ ਉਹਨਾਂ ਦੇ ਮਿਲਣਗੇ? कि ये एक ऐतिहासिक दिन है और इस ऐतिहासिक दिन इसलिए ये इतिहास में लिखा जाएगा क्योंकि आज बहुजन समाज पार्टी जो कि एक नेशनल पार्टी है, उसका गठबंधन पंजाब की सबसे मजबूत पार्टी अकाली दल, श्रोमणी अकाली दल के साथ में हो रहा है और हो गया है। ਸੋ ਬੀਜੇਪੀ ਦੇ ਨਾਲ 30 ਸਾਲ ਪੁਰਾਣਾ ਗੱਠਜੋੜ ਤੋੜਨ ਤੋਂ ਬਾਅਦ ਹਾਲਾਂਕਿ ਹੁਣ ਅਕਾਲੀਆਂ ਨੇ ਬਸਪਾ ਦੇ ਨਾਲ ਅਲਾਇੰਸ ਦਾ ਐਲਾਨ ਕਰਕੇ ਉਹਨਾਂ ਸਾਰੇ ਕਿਆਸਾਂ ਦੇ ਉੱਤੇ ਵਿਰਾਮ ਲਾ ਦਿੱਤਾ ਜਿਹੜੇ ਕਹਿ ਰਹੇ ਸੀ ਕਿ ਅਕਾਲੀ ਮੁੜ ਬੀਜੇਪੀ ਦੇ ਨਾਲ ਗੱਠਜੋੜ ਕਰ ਲੈਣਗੇ ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ। ਹਾਲਾਂਕਿ 8 ਮਹੀਨੇ ਪਏ ਨੇ ਵੋਟਾਂ ਦੇ ਵਿੱਚ, ਉਦੋਂ ਤੱਕ ਕੁਝ ਵੀ ਹੋ ਸਕਦਾ ਹੈ ਕਿਉਂਕਿ ਸਿਆਸਤ ਹੈ ਤੇ ਸਿਆਸਤ ਜਿਹੜੀ ਇਸ ਮੁਲਕ ਦੀ ਹੈ ਉਸ ਦਾ ਲਹਿਜ਼ਾ ਕੁਝ ਇਸ ਤਰ੍ਹਾਂ ਦਾ ਹੈ ਕਿ ਇੱਥੇ ਕੁਝ ਵੀ ਹੋ ਸਕਦਾ ਹੈ।
ਇੱਥੋਂ ਦੀ ਸਿਆਸਤ ਦੇ ਵਿੱਚ ਸਭ ਕੁਝ ਜਾਇਜ਼ ਹੈ। ਲੀਡਰਾਂ ਦੇ ਰੰਗ ਨੇ ਅੱਜ ਹੋਰ ਤੇ ਕੱਲ ਨੂੰ ਹੋਰ। ਜੇ ਬਸਪਾ ਨਾਲ ਗੱਠਜੋੜ ਟੁੱਟਣ ਤੋਂ ਸਾਲਾਂ ਬਾਅਦ ਇਹ ਮੁੜ ਜੁੜ ਸਕਦਾ ਹੈ ਤਾਂ ਫਿਰ ਬੀਜੇਪੀ ਦੇ ਨਾਲ ਵੀ ਗੱਠਜੋੜ ਮੁੜ ਜੁੜ ਸਕਦਾ ਹੈ। ਇਹ ਕਹਿਣ ਦੇ ਵਿੱਚ ਕੋਈ ਅਤਕਥਨੀ ਨਹੀਂ ਹੋਵੇਗੀ। ਅਕਾਲੀਆਂ ਅਤੇ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਵਿੱਚ ਹੋਏ ਗੱਠਜੋੜ ਨੂੰ ਲੈ ਕੇ ਵਿਰੋਧੀਆਂ ਨੂੰ ਤਕਲੀਫ ਤਾਂ ਜ਼ਾਹਿਰ ਤੌਰ ਤੇ ਹੋਣੀ ਸੀ। ਵਿਰੋਧੀ ਪਾਰਟੀਆਂ ਨੇ ਅਕਾਲੀ ਤੇ ਬਸਪਾ ਦੋਵਾਂ ਪਾਰਟੀਆਂ ਦੇ ਉੱਤੇ ਤਿੱਖੇ ਨਿਸ਼ਾਨੇ ਕਸੇ ਨੇ। ਵਿਰੋਧੀ ਕਹਿ ਰਹੇ ਨੇ, ਕਾਂਗਰਸ ਦੇ ਵੀ ਆਮ ਆਦਮੀ ਪਾਰਟੀ ਦੇ ਵੀ ਕਈ ਲੀਡਰਾਂ ਨੇ ਬਿਆਨ ਦਿੱਤੇ ਨੇ, ਕਹਿੰਦੇ ਨੇ ਕਿ ਭਾਈਵਾਲੀ ਡੁੱਬਦੇ ਨੂੰ ਤਿਣਕੇ ਦਾ ਸਹਾਰਾ ਹੈ। ਅਕਾਲੀ ਦਲ ਤਿਣਕੇ ਦਾ ਸਹਾਰਾ ਲੈ ਰਿਹਾ ਹੈ, ਉਹਨਾਂ ਦੀ ਬੇੜੀ ਡੁੱਬ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦਾ ਜੋ ਹਾਲ ਕਹਿੰਦੇ ਇਸ ਵਕਤ ਪੰਜਾਬ ਦੇ ਵਿੱਚ ਹੈ, ਇਸੇ ਕਰਕੇ ਉਹਨਾਂ ਨੇ ਬਹੁਜਨ ਸਮਾਜ ਪਾਰਟੀ ਦੇ ਨਾਲ ਗੱਠਜੋੜ ਕੀਤਾ ਹੈ। ਇਹ ਮੌਕਾ ਪ੍ਰਸਤੀ ਗੱਠਜੋੜ ਹੈ। ਇਸ ਗੱਠਜੋੜ ਦੇ ਨਾਲ ਪੰਜਾਬ ਦੀ ਰਾਜਨੀਤੀ ਨੂੰ ਕੋਈ ਬਹੁਤਾ ਫਰਕ ਨਹੀਂ ਪੈਣ ਵਾਲਾ। 2017 ਦੇ ਵਿੱਚ ਬਸਪਾ ਨੇ 111 ਸੀਟਾਂ ਲੜੀਆਂ ਸੀ ਤੇ ਮੁਸ਼ਕਿਲ ਦੇ ਨਾਲ ਉਸ ਨੂੰ 1.52% ਵੋਟਾਂ ਪਈਆਂ ਸੀ। 1996 ਦੇ ਵਿੱਚ ਅਕਾਲੀ ਦਲ ਨੇ ਪਹਿਲਾਂ ਵੀ ਬਸਪਾ ਨਾਲ ਗੱਠਜੋੜ ਕੀਤਾ ਸੀ, ਫਿਰ ਤੋੜ ਦਿੱਤਾ ਸੀ। ਕਿ ਹੁਣ ਇਹ ਪਾਰਟੀ ਚੰਗੀ ਹੋ ਗਈ ਹੈ, ਕਿ ਹੁਣ ਇਹ ਐਂਟੀ ਸਿੱਖ ਤੇ ਐਂਟੀ ਪੰਜਾਬ ਨਹੀਂ ਰਹੀ। ਤੇ ਬਸਪਾ ਬਾਰੇ ਵੀ ਬਿਆਨ ਦਿੱਤੇ ਵਿਰੋਧੀਆਂ ਨੇ, ਕਹਿੰਦੇ ਬਸਪਾ ਲਈ ਤਾਂ ਇਹ ਬਹੁਤ ਵੱਡਾ ਸੁਸਾਈਡ ਹੈ। ਉਹਨਾਂ ਨੇ ਕਿਹੋ ਜਿਹੀ ਪਾਰਟੀ ਦੇ ਨਾਲ ਗੱਠਜੋੜ ਕੀਤਾ ਹੈ ਜਿਹੜੀ ਪਾਰਟੀ ਨੂੰ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਨਕਾਰ ਚੁੱਕੇ ਨੇ। ਸ਼੍ਰੋਮਣੀ ਅਕਾਲੀ ਦਲ ਦੀ ਤਾਂ ਗਰਾਊਂਡ ਖਿਸਕ ਚੁੱਕੀ ਹੈ ਤੇ ਇਹ ਹੁਣ ਆਪਣੀ ਗਰਾਊਂਡ ਲੱਭਦੀ ਫਿਰ ਰਹੀ ਹੈ। ਅਜਿਹੇ ਦੇ ਵਿੱਚ ਬਸਪਾ ਨੇ ਇਹਨਾਂ ਨਾਲ ਗੱਠਜੋੜ ਕਰਕੇ ਕੋਈ ਸਿਆਣਪ ਵਾਲਾ ਕੰਮ ਨਹੀਂ ਕੀਤਾ। ਹਾਲਾਂਕਿ ਦੋਵਾਂ ਪਾਰਟੀਆਂ ਨੂੰ ਗੱਠਜੋੜ ਦੀਆਂ ਮੁਬਾਰਕਾਂ ਵੀ ਦਿੰਦੇ ਨਜ਼ਰ ਆਏ ਤੇ ਪਰ ਇਹ ਵੀ ਕਹਿੰਦੇ ਨਜ਼ਰ ਆਏ ਕਿ ਪੰਜਾਬ ਦੇ ਲੋਕ ਅਕਾਲੀ ਦਲ ਨੂੰ ਦੇਖ ਚੁੱਕੇ ਨੇ, ਅਕਾਲੀਆਂ ਨੇ ਕੁਝ ਨਹੀਂ ਕੀਤਾ ਆਪਣੇ ਰਾਜ ਵੇਲੇ। ਪਰ ਇਸ ਗੱਠਜੋੜ ਨੂੰ ਲੈ ਕੇ ਅਕਾਲੀ ਤਾਂ ਬਹੁਤੇ ਬਾਗੋ ਬਾਗ ਨੇ। ਅਕਾਲੀ ਲੀਡਰ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਸਪਾ ਤੋਂ ਬਾਅਦ ਹੁਣ ਲੈਫਟ ਦੇ ਨਾਲ ਗੱਠਜੋੜ ਦੀ ਤਿਆਰੀ ਕੀਤੀ ਜਾ ਰਹੀ ਹੈ। ਕਹਿੰਦੇ ਖੱਬੇ ਪੱਖੀ ਪਾਰਟੀਆਂ ਦੇ ਨਾਲ ਸਾਡੀ ਗੱਲਬਾਤ ਜਾਰੀ ਹੈ। ਇਹ ਉਹਨਾਂ ਨੇ ਕਿਹਾ ਕਿ ਕਾਂਗਰਸ, ਆਮ ਆਦਮੀ ਪਾਰਟੀ ਤੇ ਬੀਜੇਪੀ ਇਹਨਾਂ ਤਿੰਨਾਂ ਨੂੰ ਛੱਡ ਕੇ ਅਸੀਂ ਬਾਕੀ ਸਾਰੀਆਂ ਪਾਰਟੀਆਂ ਦੇ ਨਾਲ ਗੱਠਜੋੜ ਕਰਨ ਨੂੰ ਤਿਆਰ ਹਾਂ। ਅਸੀਂ ਚਾਹੁੰਦੇ ਹਾਂ ਕਿ ਜਿਹੜੀਆਂ ਛੋਟੀਆਂ-ਛੋਟੀਆਂ ਪਾਰਟੀਆਂ ਨੇ ਜੋ ਸਾਡੇ ਨਾਲ ਚੱਲ ਸਕਦੀਆਂ ਨੇ ਉਹਨਾਂ ਨੂੰ ਅਸੀਂ ਆਪਣੇ ਨਾਲ ਰਲਾਈਏ। ਕਹਿੰਦੇ ਬੀਜੇਪੀ ਦੇ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਹੀ ਅਸੀਂ ਇਹ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸੀ। ਪ੍ਰੇਮ ਸਿੰਘ ਚੰਦੂਮਾਜਰਾ ਨੇ, ਜੋ ਕਿ ਆਨੰਦਪੁਰ ਸਾਹਿਬ ਸੀਟ ਤੋਂ ਹਮੇਸ਼ਾ ਚੋਣ ਲੜਦੇ ਨੇ, ਉਹਨਾਂ ਨੇ ਕਿਹਾ ਕਿ ਦੋਵਾਂ ਪਾਰਟੀਆਂ ਨੇ ਸੀਟਾਂ ਦੀ ਗਿਣਤੀ ਦਾ ਸਵਾਲ ਮੁੱਖ ਨਹੀਂ ਰੱਖਿਆ। ਇਹਨਾਂ ਪਾਰਟੀਆਂ ਨੇ ਜਿੱਤ ਦਾ ਸਵਾਲ ਵੇਖਿਆ ਤੇ ਮੈਰਿਟ ਵੇਖੀ ਹੈ। ਕਹਿੰਦੇ ਸੀਟਾਂ ਇਸ ਆਧਾਰ ਤੇ ਦਿੱਤੀਆਂ ਨੇ ਕਿ ਜਿੱਥੇ-ਜਿੱਥੇ ਦੋਵਾਂ ਪਾਰਟੀਆਂ ਦੇ ਵਿੱਚੋਂ ਜਿਸ ਪਾਰਟੀ ਦਾ ਬੰਦਾ ਜਿੱਤਣ ਵਾਲਾ ਸੀ ਉਸ ਨੂੰ ਉਹ ਸੀਟ ਦਿੱਤੀ ਗਈ ਹੈ। ਯਾਨੀ ਕਿ ਪ੍ਰੇਮ ਸਿੰਘ ਚੰਦੂਮਾਜਰਾ ਜੇ ਖੁਦ ਇਹ ਕਹਿ ਰਹੇ ਨੇ, ਇਹਦਾ ਮਤਲਬ ਇਹ ਬਣਦਾ ਹੈ ਕਿ ਆਨੰਦਪੁਰ ਸਾਹਿਬ ਸੀਟ ਤੋਂ ਐਤਕੀ ਉਹ ਜਿੱਤਣ ਵਾਲੇ ਨਹੀਂ ਸੀ। ਇਸੇ ਕਰਕੇ ਇਹ ਸੀਟ ਬਸਪਾ ਨੂੰ ਦੇ ਦਿੱਤੀ ਗਈ। ਕਹਿੰਦੇ ਬਸਪਾ ਨੂੰ ਜੋ ਸੀਟਾਂ ਦਿੱਤੀਆਂ ਗਈਆਂ ਨੇ ਉਹਨਾਂ ਵਿੱਚ ਇੱਕ ਵੀ ਸੀਟ ਤੇ ਮੌਜੂਦਾ ਅਕਾਲੀ ਦਲ ਦਾ ਵਿਧਾਇਕ ਨਹੀਂ ਹੈ। ਇਹਨਾਂ 20 ਸੀਟਾਂ ਦੇ ਵਿੱਚ ਜ਼ਿਆਦਾਤਰ ਸ਼ਹਿਰੀ ਸੀਟਾਂ ਨੇ ਤੇ ਇਹਨਾਂ ਵਿੱਚੋਂ ਬਹੁਤੀਆਂ ਉਹ ਸੀਟਾਂ ਨੇ ਜੋ ਬੀਜੇਪੀ ਦੇ ਹੱਥੀਂ ਆਉਂਦੀਆਂ ਨੇ। ਬੀਜੇਪੀ ਵੱਲੋਂ ਕਹਿੰਦੇ ਇਸ ਗੱਠਜੋੜ ਨੂੰ ਮੌਕਾ ਪ੍ਰਸਤ ਕਹਿਣਾ ਤਾਂ ਬਿਲਕੁਲ ਗਲਤ ਹੈ, ਕਿਉਂਕਿ ਗੱਠਜੋੜ ਲੋੜ ਮੁਤਾਬਿਕ ਹੁੰਦੇ ਨੇ। ਅਕਾਲੀਆਂ ਨੇ ਦਾਅਵਾ ਕੀਤਾ ਹੈ ਕਿ ਇਸ ਗੱਠਜੋੜ ਦਾ ਅਸਰ ਹੈ ਜਿਹੜਾ ਕੁਦਰਤੀ ਤੌਰ ਤੇ ਉੱਤਰ ਪ੍ਰਦੇਸ਼ ਚੋਣਾਂ ਦੇ ਵਿੱਚ ਵੀ ਪਵੇਗਾ। ਇਹ ਵੱਡਾ ਐਲਾਨ ਵੀ ਕੀਤਾ ਪ੍ਰੇਮ ਸਿੰਘ ਚੰਦੂਮਾਜਰਾ ਨੇ। ਕਹਿੰਦੇ ਸਾਡੀ ਕੋਸ਼ਿਸ਼ ਰਹੂਗੀ ਕਿ ਅਸੀਂ ਪੰਜਾਬ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਵਿੱਚ ਆਪਣੀ ਜਿਹੜੀ ਭਾਈਵਾਲ ਪਾਰਟੀ ਹੈ, ਯਾਨੀ ਕਿ ਜਿਹੜੀ ਬਸਪਾ ਹੈਗੀ ਆ, ਉਹਨੂੰ ਉੱਤਰ ਪ੍ਰਦੇਸ਼ ਦੇ ਵਿੱਚ ਅਸੀਂ ਸੱਤਾ ਦੇ ਵਿੱਚ ਲਿਆ ਸਕੀਏ। ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਵੀ ਇਸ ਮੌਕੇ ਪਹੁੰਚੇ ਹੋਏ ਸੀ। ਹਾਲਾਂਕਿ ਲੋਕ ਇਹ ਸਵਾਲ ਜ਼ਰੂਰ ਚੁੱਕਦੇ ਹੁੰਦੇ ਨੇ ਕਿ ਇੱਕ ਧਾਰਮਿਕ ਸੰਸਥਾ ਹੈ, ਸਿੱਖਾਂ ਦੀ ਸ਼੍ਰੋਮਣੀ ਸੰਸਥਾ ਹੈ, ਉਸ ਦੇ ਪ੍ਰਧਾਨ ਦਾ ਇਹੋ ਜਿਹੀਆਂ ਮੀਟਿੰਗਾਂ ਦੇ ਵਿੱਚ ਜਾਂ ਇਹੋ ਜਿਹੇ ਪ੍ਰੈਸ ਕਾਨਫਰੰਸਾਂ ਦੇ ਵਿੱਚ ਜਾਣ ਦਾ ਕੀ ਮਤਲਬ ਬਣਦਾ ਹੈ। ਬੀਬੀ ਜਗੀਰ ਕੌਰ ਵੀ ਕਾਫੀ ਖੁਸ਼ ਨਜ਼ਰ ਆ ਰਹੇ ਸੀ। ਕਹਿੰਦੇ ਕਿ ਬੀਜੇਪੀ ਵਾਲੇ ਤਾਂ ਹੁਣ ਨਮੋਸ਼ੀ ਦੇ ਵਿੱਚ ਫਿਰਦੇ ਨੇ ਕਿ ਅਸੀਂ ਕਰੀਏ ਕੀ। ਉਹ ਕਹਿੰਦੇ ਕਿ ਬੀਜੇਪੀ ਦੇ ਨਾਲੋਂ ਗੱਠਜੋੜ ਤੋੜਨ ਦਾ ਸਾਨੂੰ ਕੋਈ ਨੁਕਸਾਨ ਨਹੀਂ ਹੈ, ਕਿਉਂਕਿ ਬੀਜੇਪੀ ਦਾ ਪੰਜਾਬ ਦੇ ਵਿੱਚ ਆਧਾਰ ਪੂਰੀ ਤਰ੍ਹਾਂ ਦੇ ਨਾਲ ਖਤਮ ਹੋ ਗਿਆ। ਸੋ ਕੋਈ ਮੰਨੇ ਜਾਂ ਨਾ ਮੰਨੇ, ਪਰ ਸਿਆਸੀ ਤੌਰ ਤੇ ਸੁਖਬੀਰ ਬਾਦਲ ਇਹਨਾਂ ਚੋਣਾਂ ਦੇ ਵਿੱਚ ਮੋਹਰੀ ਹੋ ਕੇ ਚੱਲ ਰਹੇ ਨੇ। ਕਾਂਗਰਸੀ ਜਿੱਥੇ ਹੱਥ ਵਿੱਚ ਸਰਕਾਰ ਹੋਣ ਦੇ ਬਾਵਜੂਦ ਵੀ ਆਪਸੀ ਕਲੇਸ਼ ਦੇ ਵਿੱਚ ਉਲਝੇ ਪਏ ਨੇ, ਉੱਥੇ ਸੁਖਬੀਰ ਬਾਦਲ ਕਿੰਨੇ ਦਿਨ ਪਹਿਲਾਂ ਤੋਂ ਹੀ ਆਪਣੇ ਉਮੀਦਵਾਰਾਂ ਦਾ ਐਲਾਨ ਕਰਨਾ ਵੀ ਸ਼ੁਰੂ ਕਰ ਚੁੱਕੇ ਨੇ। ਇੱਕ ਗੱਠਜੋੜ ਨਾਲੋਂ ਨਾਤਾ ਤੋੜ ਕੇ ਸੁਖਬੀਰ ਦੂਸਰੇ ਦੇ ਨਾਲ ਨਾਤਾ ਜੋੜ ਵੀ ਗਏ ਨੇ।
ਆਮ ਆਦਮੀ ਪਾਰਟੀ ਵਾਲੇ ਵੀ ਕਈ ਲੀਡਰ ਆਪਣਾ ਘਰ ਛੱਡ ਕੇ ਇੱਧਰ ਉੱਧਰ ਹੱਥ ਪੈਰ ਮਾਰ ਰਹੇ ਨੇ, ਕਈ ਤਾਂ ਕਾਂਗਰਸ ਦੇ ਵਿੱਚ ਸ਼ਾਮਲ ਵੀ ਹੋ ਗਏ ਨੇ ਤੇ ਅਜਿਹੇ ਮਾਹੌਲ ਦੇ ਵਿੱਚ ਇਹ ਕਹਿਣਾ ਗਲਤ ਨਹੀਂ ਹੋਏਗਾ ਕਿ ਸੁਖਬੀਰ ਬਾਦਲ ਇਹਨਾਂ ਚੋਣਾਂ ਦੇ ਵਿੱਚ ਮੋਹਰੀ ਹੋ ਕੇ ਵਿਚਰ ਰਹੇ ਨੇ। ਹਾਲਾਂਕਿ ਲੋਕਾਂ ਨੇ ਅਕਾਲੀਆਂ ਦੀ ਝੋਲੀ ਵੋਟਾਂ ਦੀ ਖੈਰ ਪਾਉਣੀ ਹੈ ਜਾਂ ਨਹੀਂ ਪਾਉਣੀ, ਇਹ ਤਾਂ ਵੋਟਾਂ ਦੇ ਵਿੱਚ ਹੀ ਪਤਾ ਚੱਲੂਗਾ। ਪਰ ਜੇ ਇੱਕ ਪਹਿਲੀ ਨਜ਼ਰ ਦੇ ਨਾਲ ਦੇਖੀਏ ਤਾਂ ਇਹਨਾਂ ਚੋਣਾਂ ਦੇ ਵਿੱਚ ਸੁਖਬੀਰ ਬਾਦਲ ਬਾਜ਼ੀ ਮਾਰ ਰਹੇ ਨੇ ਆਪਣੇ ਸਿਆਸੀ ਸਟੈਪਸ ਦੇ ਵਿੱਚ, ਆਪਣੇ ਸਿਆਸੀ ਕਦਮਾਂ ਦੇ ਵਿੱਚ। ਇੱਥੇ ਅਸੀਂ ਵੋਟਾਂ ਦੀ ਗੱਲ ਨਹੀਂ ਕਰ ਰਹੇ, ਸਰਕਾਰ ਬਣਾਉਣ ਦੀ ਗੱਲ ਨਹੀਂ ਕਰ ਰਹੇ, ਪਰ ਕਾਰਵਾਈਆਂ ਦੀ ਗੱਲ ਕਰ ਰਹੇ ਹਾਂ ਤੇ ਤਿਆਰੀ ਦੇ ਵਿੱਚ ਉਹ ਕੋਈ ਕਸਰ ਨਹੀਂ ਛੱਡ ਰਹੇ। ਲੋਕਾਂ ਦੇ ਦਿਲ 'ਚ ਪੂਰੀ ਥਾਂ ਬਣਾਉਣ ਦੀ ਜਿੰਨੀ ਕੋਸ਼ਿਸ਼ ਹੈ ਦਿਨੀ ਸੁਖਬੀਰ ਬਾਦਲ ਕਰ ਰਹੇ ਨੇ, ਸ਼ਾਇਦ ਕੋਈ ਲੀਡਰ ਮੁਕਾਬਲੇ 'ਚ ਨਹੀਂ ਖੜ ਪਾ ਰਿਹਾ। ਕਰੋਨਾ ਦੇ ਦੌਰ ਦੇ ਵਿੱਚ ਲੋਕਾਂ ਦੇ ਹਾਮੀ ਬਣਨ ਦਾ ਪੂਰਾ ਦਾਅਵਾ ਠੋਕ ਰਹੇ ਨੇ। ਕਈ ਥਾਈਂ ਉਹਨਾਂ ਨੇ ਆਪਣੇ ਜਿਹੜੇ ਕਰੋਨਾ ਹਸਪਤਾਲ ਵੀ ਖੋਲੇ ਨੇ, ਭਾਵੇਂ ਕਿ ਇਲਜ਼ਾਮ ਇਹੀ ਲੱਗ ਰਹੇ ਨੇ ਕਿ ਸ਼੍ਰੋਮਣੀ ਕਮੇਟੀ ਦੇ ਪੈਸੇ ਨਾਲ ਸੁਖਬੀਰ ਬਾਦਲ ਆਪਣੀ ਸਿਆਸਤ ਚਮਕਾ ਰਹੇ ਨੇ। ਖੈਰ, ਦੋਵੇਂ ਪਾਰਟੀਆਂ ਨੇ ਅੱਜ ਗੱਠਜੋੜ ਮੌਕੇ ਆਪਣੀ ਜਿੱਤ ਦਾ ਐਲਾਨ ਕੀਤਾ ਹੈ ਤੇ ਇੱਕ ਵੱਡਾ ਸਵਾਲ ਉੱਠਦਾ ਹੈ ਕਿ ਕੀ ਬਸਪਾ ਬੀਜੇਪੀ ਦੀ ਖਾਲੀ ਥਾਂ ਭਰ ਸਕੂਗੀ। ਇਸ ਦੇ ਜਵਾਬ ਦੇ ਵਿੱਚ ਅਕਾਲੀ ਕਹਿੰਦੇ ਨੇ ਕਿ ਬੀਜੇਪੀ ਦੇ ਪੱਲੇ ਹੁਣ ਕੁਝ ਨਹੀਂ ਰਹਿ ਗਿਆ ਪੰਜਾਬ ਦੇ ਵਿੱਚ। ਮਤਲਬ ਕਿ ਚੜ੍ਹਦੇ ਸੂਰਜ ਨੂੰ ਸਲਾਮਾਂ ਜਾਂ ਮੌਕੇ ਤੇ ਚੌਕਾ, ਤੇ ਇਹੀ ਤਾਂ ਇੱਥੋਂ ਦੀ ਸਿਆਸਤ ਹੈ। ਧੰਨਵਾਦ।